द कॉन्स्टिट्यूशन शेड्यूल कास्ट ऑर्डर अमेंडमेंट बिल 2021 पे मैं बोल रहा हूँ। स्पीकर सर, बाबा साहब भीमराव अंबेडकर जी ने जो इतिहास रचिया सी, अपने संविधान की रचना की सी, ਉਹਦੇ 'ਚ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਸੀ, ਚਾਹੇ ਸ਼ਡਿਊਲ ਕਾਸਟ ਹੋਵੇ, ਚਾਹੇ ਜਾਤਾਂ ਦੀ ਗੱਲ ਹੋਵੇ, ਚਾਹੇ ਧਰਮਾਂ ਦੀ ਗੱਲ ਹੋਵੇ। ਪਰ ਸਮਾਂ ਬੀਤਦਾ ਗਿਆ, ਕਿਤੇ ਨਾ ਕਿਤੇ ਦਲਿਤ ਵਰਗ ਜਿਹੜਾ ਉਹ ਅੱਖੋਂ ਪਰੋਖੇ ਹੋਇਆ। ਸਰਕਾਰਾਂ ਨੂੰ ਜੋ ਸਮੇਂ ਤੇ ਲੋੜ ਸੀ ਉਹ ਨਹੀਂ ਕੀਤੀ ਗਈ। ਗਲੋਬਲ ਇੰਡੈਕਸ ਕਹਿੰਦਾ ਆ ਕਿ 107 ਭੁੱਖੇ ਮੁਲਕਾਂ ਦੇ ਵਿੱਚੋਂ 94 ਨੰਬਰ ਸਾਡਾ ਆ। ਉਹਦੇ ਵਿੱਚ ਜਿਹੜੀ ਜ਼ਿਆਦੀ ਆਬਾਦੀ ਹੈ ਉਹ ਦਲਿਤ ਭਰਾਵਾਂ ਦੀ ਹੈ, ਗਰੀਬ ਭਰਾਵਾਂ ਦੀ ਹੈ, ਸ਼ਡਿਊਲ ਕਾਸਟ ਭਰਾਵਾਂ ਦੀ ਹੈ। ਇਹ ਜ਼ਿਆਦਾ ਜਿਹੜਾ ਇਹਨਾਂ ਦਾ ਧੰਦਾ ਆ ਮਜ਼ਦੂਰੀ ਦਾ, ਸਫਾਈ ਸੇਵਕ ਦਾ, ਸੀਵਰੇਜਮੈਨ ਦਾ। ਅੱਜ ਵੀ ਸੀਵਰੇਜਮੈਨ ਨੂੰ ਅਸੀਂ ਟੈਕਨੋਲੋਜੀ ਪ੍ਰੋਵਾਈਡ ਨਹੀਂ ਕਰ ਸਕੇ। ਅੱਜ ਵੀ ਸੀਵਰੇਜਮੈਨ ਜਿਹੜਾ ਆ ਉਹ ਸੀਵਰ ਦੇ ਵਿੱਚ ਵੜ ਕੇ ਸੀਵਰੇਜ ਸਾਫ਼ ਕਰਦਾ ਆ। ਇਹ ਹਾਲਾਤ ਨੇ ਕਿ ਜਿਹੜਾ ਸਫਾਈ ਸੇਵਕ ਹੈ ਉਹ ਹੱਥ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਸਫਾਈ ਕਰਦਾ ਆ। ਪਰ ਸਾਨੂੰ ਲੋੜ ਹੈ ਸਰਕਾਰਾਂ ਨੂੰ ਇਹਦੇ 'ਤੇ ਧਿਆਨ ਦੇਣ ਦੀ। ਔਰ ਸਮਾਜਿਕ ਅਨਿਆਂ ਹੋਣ ਕਰਕੇ, ਕਰਪਸ਼ਨ ਹੋਣ ਕਰਕੇ, ਔਰ ਸਮੇਂ ਦੇ ਉੱਤੇ ਸਰਕਾਰਾਂ ਨੇ ਜਿਸ ਤਰੀਕੇ ਨਾਲ ਵਿਹਾਰ ਕੀਤਾ, ਚਾਹੇ ਮੌਬ ਲਿੰਚਿੰਗ ਦੀ ਗੱਲ ਕਰ ਲਈਏ, ਉਹ ਉਹਨਾਂ ਦਾ ਧੰਦਾ ਸੀ। ਪਰ ਸਮੇਂ 'ਤੇ ਉਹਨਾਂ ਦੇ ਨਾਲ ਦੁਰਵਿਹਾਰ ਔਰ ਉਹਨਾਂ ਨੂੰ ਜਿਸਮਾਨੀ ਤੌਰ 'ਤੇ ਨੁਕਸਾਨ ਪਹੁੰਚਾਇਆ ਗਿਆ। ਔਰ ਇਹ ਪੂੰਜੀਪਤੀ ਹਮੇਸ਼ਾ ਹੀ ਜਦੋਂ ਕੋਈ ਝਗੜਾ ਹੁੰਦਾ ਆ ਉਹਨਾਂ ਨੂੰ ਦਬਾਉਂਦੇ ਨੇ। ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਆਬਾਦੀ ਹੈ ਪਾਪੂਲੇਸ਼ਨ ਦੇ ਲਿਹਾਜ਼ ਦੇ ਨਾਲ 16.2% SC ਤੇ 8.2% ST ਨੇ, ਸ਼ਡਿਊਲ ਟਰਾਈਬ ਦੇ। ਮੈਂ ਕਹਿਣਾ ਚਾਹੁੰਦਾ ਹਾਂ ਇਹਦੇ ਵਿੱਚ ਐਜੂਕੇਸ਼ਨ ਸਿਸਟਮ ਇਹਨਾਂ ਦਾ ਬਿਲਕੁਲ ਤਵਸਤ ਹੈ। ਆਪਾਂ ਨੂੰ ਪਤਾ ਆ ਜੇ 97% ਬੱਚੇ ਨਰਸਰੀ ਸਕੂਲ 'ਚ ਪੜ੍ਹਦੇ ਨੇ ਤੇ +2 ਤੱਕ ਜਾਂਦੇ, ਉਹ 70% ਆਊਟ ਹੋ ਜਾਂਦੇ ਨੇ। ਕਾਰਨ ਕੀ? ਕਿਉਂਕਿ ਐਜੂਕੇਸ਼ਨ ਸਿਸਟਮ ਆਪਣਾ ਬਹੁਤ ਮਾੜਾ ਰਿਹਾ, ਜਿਹਦਾ ਸਭ ਤੋਂ ਵੱਧ ਫਾਇਦਾ ਦਲਿਤ ਭਰਾਵਾਂ ਨੂੰ। ਜੇ ਬੱਚੇ ਪੜ੍ਹਨਗੇ ਤਾਂ ਹੀ ਉਹਨਾਂ ਦੀ ਗਰੀਬੀ ਜਿਹੜੀ ਹੈ ਨਿਕਲ ਸਕਦੀ ਹੈ। ਸਕਾਲਰਸ਼ਿਪ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਸੀ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ, ਕਿਉਂਕਿ ਜਿਹੜੀ ਕੇਂਦਰ ਸਰਕਾਰ ਦੀ ਸਕੀਮ ਸੀ UPA ਗਵਰਨਮੈਂਟ ਵੇਲੇ ਡਾਕਟਰ ਮਨਮੋਹਨ ਸਿੰਘ ਜੀ ਨੇ 90% ਕੇਂਦਰ ਹਿੱਸਾ ਪਾਉਂਦਾ ਸੀ, 10% ਕੇਂਦਰ ਸਟੇਟ ਗਵਰਨਮੈਂਟ ਹਿੱਸਾ ਪਾਉਂਦੀ ਸੀ। ਪਰ ਇਸ ਸਰਕਾਰ ਨੇ ਆ ਕੇ, ਮੋਦੀ ਜੀ ਦੀ ਸਰਕਾਰ ਨੇ ਆ ਕੇ ਉਹ ਹਿੱਸਾ ਜਿਹੜਾ 60% ਕਰਤਾ ਕੇਂਦਰ ਦਾ, ਔਰ ਰਾਜ ਸਰਕਾਰਾਂ ਦਾ 40% ਕਰਤਾ। ਸਪੀਕਰ ਸਰ, ਉਹਦੇ 'ਚ ਇਹ ਦੱਸੋ ਕਿ 40% ਹਿੱਸਾ ਰਾਜ ਸਰਕਾਰਾਂ ਕੋਲ ਇੰਨੇ ਸਾਧਨ ਨਹੀਂ ਹੈਗੇ, ਉਹ ਨਾ ਪੈਣ ਕਰਕੇ ਬਹੁਤੀਆਂ ਸਰਕਾਰਾਂ, ਬਹੁਤੇ ਸਟੇਟਾਂ ਦੇ ਵਿੱਚ ਸਕਾਲਰਸ਼ਿਪ ਸਕੀਮ ਜਿਹੜੀ ਹੈ ਉਹ ਫੇਲ ਹੋ ਜਾਂਦੀ ਹੈ। ਉਹਦੇ ਨਾਲ ਜਿਹੜਾ ਇਹਦਾ ਸਕਾਲਰਸ਼ਿਪ ਸਕੀਮ ਦਾ ਜਿਹੜਾ ਇਨਕਮ ਐਲੀਜੀਬਿਲਟੀ ਹੈ ਉਹ ਕੇਂਦਰ ਸਰਕਾਰ 2 ਲੱਖ ਜਿਹੜੀ ਹੈ ਉਹਨੂੰ ਅਪਰੂਵ ਕਰਦੀ ਹੈ, ਜਦ ਕਿ ਪੰਜਾਬ ਸਰਕਾਰ ਨੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਨਾਂ ਦੇ ਉੱਤੇ 4 ਲੱਖ ਤੋਂ ਉਹ ਜਿਹੜੀ ਹੈ ਐਲੀਜੀਬਿਲਟੀ ਘੋਸ਼ਿਤ ਕੀਤੀ ਹੈ। ਮੈਂ ਕੇਂਦਰ ਨੂੰ ਕਹਾਂਗਾ ਕਿ ਉਹ ਵੀ ਜਿਹੜੀ ਆਪਣੀ ਐਲੀਜੀਬਿਲਟੀ ਹੈ ਉਹ 4 ਲੱਖ ਕਮਾਈ ਦੇ ਉੱਤੇ ਆਧਾਰ ਤੇ ਇਹਨਾਂ ਨੂੰ ਸਕਾਲਰਸ਼ਿਪ ਦੇਣੀ ਚਾਹੀਦੀ ਹੈ। ਇੰਦਰਾ ਆਵਾਸ ਯੋਜਨਾ 1974 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਸ਼ੁਰੂ ਕੀਤੀ ਸੀ, ਕਿਉਂਕਿ ਪਿੰਡਾਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਬਹੁਤ ਲੋਕਾਂ ਦੇ ਕੋਲ ਘਰ ਰਹੇ ਨਹੀਂ ਸੀ। ਜਿਹੜਾ ਦਲਿਤ ਸਮਾਜ ਹੈ ਉਹਨਾਂ ਕੋਲ ਜ਼ਮੀਨ ਨਹੀਂ ਬਹੁਤੀ ਹੁੰਦੀ, ਉਹਨਾਂ ਕੋਲ ਘਰ ਆਪਣੇ ਨਹੀਂ ਹੁੰਦੇ। ਇਹਦੇ ਵਾਸਤੇ ਕੇਂਦਰ ਸਰਕਾਰ ਨੇ ਸਕੀਮ ਲੈ ਕੇ ਆਈ ਸੀ ਇੰਦਰਾ ਆਵਾਸ ਯੋਜਨਾ। ਕੇਂਦਰ ਦੀਆਂ ਜ਼ਮੀਨਾਂ ਦੇ ਉੱਤੇ ਘਰ ਬਣਾਉਣ ਦੀ ਇਜਾਜ਼ਤ ਦਿੱਤੀ ਗਈ, ਪਰ ਅਜੇ ਤੱਕ ਸਪੀਕਰ ਸਾਹਿਬ ਉਹਨਾਂ ਨੂੰ ਮਾਲਕਾਨਾ ਹੱਕ ਨਹੀਂ ਦਿੱਤੇ ਗਏ। ਉਹ ਮਾਲਕਾਨਾ ਹੱਕ ਨਾ ਮਿਲਣ ਦੇ ਕਰਕੇ ਜਿਹੜੇ ਪੂੰਜੀਪਤੀ ਨੇ, ਜਿਹੜੇ ਧਾਕੜ ਬੰਦੇ ਹੁੰਦੇ ਆ, ਉਹ ਜ਼ਮੀਨਾਂ ਖਰੀਦ ਲੈਂਦੇ ਨੇ। ਉਹਨਾਂ ਵਿਚਾਰਿਆਂ ਨੂੰ ਕੁੱਟਮਾਰ ਕਰਕੇ ਔਰ ਜਿਸ ਵੀ ਸਿਸਟਮ ਨਾਲ ਉਹਨਾਂ ਨੂੰ ਅਪਣਾਇਆ ਜਾਂਦਾ ਉਹਨਾਂ ਨੂੰ ਉਹਨਾਂ ਤੋਂ ਬਾਹਰ ਕਰ ਦਿੰਦੇ, ਉਹਨਾਂ ਦੇ ਹੱਕਾਂ ਤੋਂ ਉਹਨਾਂ ਨੂੰ ਵਾਂਝਿਆ ਕਰ ਦਿੰਦੇ ਆ। ਕੇਂਦਰ ਸਰਕਾਰ ਜਿੱਥੇ ਅਜਿਹੇ ਬਿੱਲ ਲੈ ਕੇ ਆਉਂਦੀ ਹੈ ਇਲੈਕਸ਼ਨਾਂ ਨੂੰ ਵੇਖ ਕੇ, ਕਿਉਂਕਿ ਤਾਮਿਲਨਾਡੂ 'ਚ ਇਲੈਕਸ਼ਨਾਂ ਹੋ ਰਹੀਆਂ ਨੇ, ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਉਹਨਾਂ ਦੇ ਨਾਲ ਨਾਲ ਇਹ ਸ਼ਡਿਊਲ ਕਾਸਟਾਂ ਵਾਸਤੇ ਜਿਹੜੀਆਂ ਲੋੜਾਂ ਨੇ ਉਹਨਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਜਿਹੜਾ ਕ੍ਰਾਈਮ ਰੇਟ ਹੈ, ਜਿੰਨਾ ਵੀ ਕ੍ਰਾਈਮ ਹਿੰਦੁਸਤਾਨ ਦੇ ਵਿੱਚ ਹੋ ਰਿਹਾ, ਸਭ ਤੋਂ ਜ਼ਿਆਦਾ ਕ੍ਰਾਈਮ ਦਾ ਸ਼ਿਕਾਰ ਦਲਿਤ ਔਰਤਾਂ, ਦਲਿਤ ਬੱਚੇ ਹੋ ਰਹੇ ਨੇ। ਜੇ ਸਾਰੇ ਕ੍ਰਾਈਮ ਦੇ ਵਿੱਚ 20% ਜਿਹੜਾ ਹਿੰਦੁਸਤਾਨ ਦੇ ਵਿੱਚ ਔਰਤਾਂ ਦੇ ਕ੍ਰਾਈਮ ਹੁੰਦਾ, ਤੇ ਉਹਦੇ ਵਿੱਚੋਂ 37% ਔਰਤਾਂ ਦਲਿਤ ਨੇ ਔਰ 20% ਔਰਤਾਂ ਸ਼ਡਿਊਲ ਟਰਾਈਬ ਨੇ। ਔਰ ਇਹ 'ਚ ਸਭ ਤੋਂ ਵੱਡਾ ਨੰਬਰ, ਸਭ ਤੋਂ ਜ਼ਿਆਦਾ ਕ੍ਰਾਈਮ UP ਦੇ ਵਿੱਚ ਹੋ ਰਿਹਾ, ਜਿੱਥੇ ਇਹ ਤਾਦਾਦ 25% ਟੋਟਲ ਕ੍ਰਾਈਮ ਦੀ ਹੈ ਜਿਹੜਾ ਇਹਨਾਂ 'ਤੇ ਹੁੰਦਾ ਹੈ। ਉਹਦੇ ਨਾਲ 23% ਸ਼ਡਿਊਲ ਟਰਾਈਬ ਤੇ ਮੱਧ ਪ੍ਰਦੇਸ਼ ਦੇ ਵਿੱਚ ਇਹ ਪ੍ਰੋਬਲਮ ਵਾਪਰ ਰਹੀ ਹੈ। ਹਾਥਰਸ ਦਾ ਵੱਡਾ ਹਾਦਸਾ ਆਪਾਂ ਨੂੰ ਪਤਾ ਹੈ, ਇੱਕ ਦਲਿਤ ਲੜਕੀ ਦੇ ਉੱਤੇ ਜਿਸ ਤਰੀਕੇ ਦੇ ਨਾਲ ਅਤਿਆਚਾਰ ਕੀਤਾ ਗਿਆ, ਉਸ ਤੋਂ ਬਾਅਦ ਉਹਨਾਂ ਨੂੰ 5-10 ਦਿਨ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ। ਔਰ ਉਹ ਦਲਿਤ
ਲੜਕੀ ਦੀ ਆਵਾਜ਼ ਸ਼੍ਰੀ ਰਾਹੁਲ ਗਾਂਧੀ ਜੀ, ਸ਼੍ਰੀ ਪ੍ਰਿयंका ਗਾਂਧੀ ਜੀ, ਹੋਰਨਾਂ ਪਾਰਟੀਆਂ ਦੇ ਲੀਡਰ ਸਾਹਿਬਾਨ ਵੀ ਉੱਥੇ ਪਹੁੰਚੇ ਔਰ ਹੋਰ ਜਗ੍ਹਾ ਤੇ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ, ਪਰ ਨਿਆਂ ਨਹੀਂ ਮਿਲਿਆ। ਉਹ ਨਿਆਂ ਨੂੰ ਤੜਪਦੀ ਮਰ ਗਈ। ਉਹਦਾ ਜੋ ਸੰਸਕਾਰ ਹੋਇਆ, ਉਹਨਾਂ ਦੇ ਪਰਿਵਾਰ ਨੂੰ ਵੀ ਸਰਕਾਰ ਨੇ ਉੱਥੋਂ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਕਿ ਉਹਨਾਂ ਦੇ ਪਰਿਵਾਰਾਂ ਦੇ ਹੱਥਾਂ ਵਿੱਚ ਉਹਦਾ ਸੰਸਕਾਰ ਹੋ ਜੇ। ਇਹ ਦਲਿਤ ਸਮਾਜ ਦੀ ਪਰਿਸਥਿਤੀ ਹੈ ਇਸ ਵੇਲੇ ਸਾਡੇ ਅੰਦਰ। ਹਾਂਜੀ, ਜਿੱਥੇ ਵੀ ਹੋਇਆ ਮਾੜਾ ਹੋਇਆ। ਮੈਂ ਸ਼ੋਭਾ ਨਹੀਂ ਦਿੰਦਾ, ਤੁਸੀਂ ਬੋਲਦੇ ਹੋ ਉਦੋਂ। ਜਿੱਥੇ ਵੀ ਹੁੰਦਾ ਦਲਿਤ ਸਮਾਜ ਨਾਲ ਧੱਕਾ ਹੁੰਦਾ, ਉਹ ਮਾੜੀ ਗੱਲ ਹੈ, ਕੋਈ ਵੀ ਕਰੇ। ਸੋ ਤੁਸੀਂ ਉਹਨੂੰ ਉੱਥੇ ਨਿੰਦਿਆ ਕਰੋ। ਔਰ ਮੈਂ ਕਹਿਣਾ ਚਾਹੁੰਦਾ, ਗੁਜਰਾਤ ਵਰਗੇ ਮਾਡਲ ਸਟੇਟ ਦੇ ਵਿੱਚ ਵੀ ਅਜਿਹੇ ਘਟਨਾਵਾਂ ਵਾਪਰੀਆਂ ਨੇ ਜਿੱਥੇ ਕਿ ਪ੍ਰਧਾਨ ਮੰਤਰੀ ਦਾ ਸਿੱਧੀ ਦਖਲਅੰਦਾਜ਼ੀ ਹੈ, ਜਿੱਥੇ ਇੱਕ ਪੱਤਾ ਵੀ, ਇੱਕ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਕਿਰਪਾ ਕਰਕੇ ਉਹਨਾਂ ਦੇ ਉੱਤੇ, ਚਾਹੇ ਛੱਤੀਸਗੜ੍ਹ ਹੋਵੇ, ਹੋਰ ਦੱਸੋ ਕਿਹੜਾ ਨਾਂ ਲੈਣਾ, ਮੈਂ ਲੈ ਦਿੰਦਾ। ਘਬਰਾਈਦਾ ਨਹੀਂ ਹੁੰਦਾ। ਜਦੋਂ ਤੁਹਾਡੀ ਵਾਰੀ ਆਉ ਜ਼ਰੂਰ ਬੋਲਿਓ, ਜਦੋਂ ਤੁਹਾਡੀ ਵਾਰੀ ਆਉ ਜ਼ਰੂਰ ਬੋਲਿਓ। ਬੈਠੀਏ। ਤੁਸੀਂ, ਮੈਨੂੰ ਪਤਾ ਤੁਸੀਂ ਕਾਂਗਰਸ ਜੀ ਵੀ ਜੇ, ਕਾਂਗਰਸ ਦਾ ਨਾਂ ਲੈ ਲੈ ਜਿੰਦੇ ਜੇ, ਮੈਨੂੰ ਪਤਾ ਹੈ, ਸਾਰਿਆਂ ਦਾ ਪਤਾ ਮੈਨੂੰ। ਸੋ ਇਹ ਪਾਰਟੀ ਕਾਂਗਰਸ ਜੀ ਵੀ ਬਣ ਚੁੱਕੀ ਹੈ। ਸੋ ਮੈਂ ਆਰਟੀਕਲ 14 ਕਹਿੰਦਾ ਆ, ਆਰਟੀਕਲ 14 ਆਫ ਇੰਡੀਆਜ਼ ਕਨਸਟੀਟਿਊਸ਼ਨ ਇਨਸ਼ੋਰ equality by providing that the state shall not deny to any person equality before the law or the equal protection of laws within the territory of India. Article 15(1), state shall not discriminate against any citizen on ground only of religion, race, caste, sex, place of birth or any of them. Article 15(3) ਕਹਿੰਦਾ state is free to make any special provision for women and children. ਪਰ ਸਪੀਕਰ ਸਾਹਿਬ, ਜਦੋਂ ਨਿਆਂ ਦੇਣ ਦੀ ਵਾਰੀ ਆਉਂਦੀ, ਨਿਆਂ ਪ੍ਰਕਿਰਿਆ ਇੰਨੀ ਸਲੋ ਹੈ ਕਿ ਜਿੰਨੇ ਵੀ ਅਜੇ ਤੱਕ ਕੋਰਟਾਂ ਦੇ ਵਿੱਚ ਕੇਸ ਨੇ, 7.6% ਸਿਰਫ ਉਹਨਾਂ ਦਾ ਨਿਆਂ ਹੁੰਦਾ। ਧੀਮੀ ਨਿਆਂ ਪ੍ਰਕਿਰਿਆ ਕਰਕੇ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਫਾਸਟ ਟਰੈਕ ਚਾਹੀਦੇ ਆ, ਕਿਉਂਕਿ ਇਹਨਾਂ ਦੀ ਚਿੰਤਾ ਸਾਰਾ ਦੇਸ਼ ਹੀ ਕਰਦਾ ਆ, ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਕਿਤੇ ਵੀ ਨਹੀਂ ਹੈਗੀ। ਸਰਕਾਰ, ਕੇਂਦਰ ਸਰਕਾਰ ਨੇ ਵਾਅਦਾ ਕੀਤਾ ਕਿ ਫਾਸਟ ਟਰੈਕ ਬਣਾਵਾਂਗੇ। ਇੱਕ ਤੇ ਫਾਸਟ ਟਰੈਕ ਕੋਰਟ ਚਾਹੀਦੇ ਆ ਜਿਹਦੇ ਕਰਕੇ ਇਹਨਾਂ ਨੂੰ ਨਿਆਂ ਟਾਈਮ ਦੇ ਨਾਲ ਮਿਲ ਸਕੇ। ਉਹਦੇ ਨਾਲ ਦੀ ਨਾਲ ਜਿਹੜੇ ਥਾਣੇ ਨੇ ਉਹ ਅਲੱਗ ਹੋਣੇ ਚਾਹੀਦੇ ਆ। ਜਿਹੜੀ ਸਰਕਾਰ ਨੇ ਸਕੀਮ ਬਣਾਈ ਹੈ 1,26,229 ਕਰੋੜ, ਤਾਵਰ ਚੰਦ ਗਹਿਲੋਤ ਜੀ, ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇਹ ਬਜਟ ਇਹਨਾਂ ਲੈ ਕੇ ਆਏ ਜੇ। ਪਰ ਮੈਂ ਤੁਹਾਨੂੰ ਕਹਿਣਾ ਚਾਹੂੰਗਾ, ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਇਹਨਾਂ ਦਾ ਮੁੱਢਲਾ ਅਧਿਕਾਰ ਹੈ, ਜਦੋਂ ਇਹ ਮੰਚੇ ਨੇ ਅਸੀਂ ਪੈਸੇ ਦੇ ਦਿੰਨੇ ਆ, ਕਈ ਵਾਰੀ ਰਸਤੇ ਦੇ ਵਿੱਚ ਕਈ ਕਾਰਨਾਂ ਕਰਕੇ ਉਹ ਖੁਰਦ-ਬੁਰਦ ਵੀ ਹੁੰਦੇ ਨੇ। ਪਰ ਮੈਂ ਕਹਿਣਾ ਚਾਹੁੰਦਾ ਐਜੂਕੇਸ਼ਨ, ਹੈਲਥ ਔਰ ਇਹਨਾਂ ਦਾ ਜਿਹੜਾ ਕੰਮ ਹੈ, ਕਿਉਂਕਿ ਇਹ ਜਿਹੜਾ ਕੰਮ ਕਰਦੇ ਨੇ ਸਰ, ਇੱਕ ਅੱਧੇ ਮਿੰਟ ਜਲਦੀ, ਇਹ ਕੰਮ ਕਰਦੇ ਨੇ ਸਫਾਈ ਦਾ, ਸੀਵਰੇਜ ਦਾ, ਜਾਂ ਜਿਹੜੇ ਵੀ 4th ਕਲਾਸ ਕੰਮ ਨੇ ਤਕਰੀਬਨ ਸਾਡੇ ਦਲਿਤ ਭਰਾ ਕਰਦੇ ਨੇ। ਮੇਰੀ ਬੇਨਤੀ ਹੈ ਟੈਕਨੋਲੋਜੀ ਵਿਕਸਿਤ ਕਰੋ। ਅੱਜ ਅਸੀਂ 5 ਟ੍ਰਿਲੀਅਨ ਦੀ ਗੱਲ ਕਰਦੇ ਇਕਨੋਮੀ ਬਣਾਉਣ ਦੀ, ਪਰ ਜਦੋਂ ਉਹ ਬੰਦੇ ਸੀਵਰੇਜ 'ਚ ਡੁੱਬ ਕੇ ਸੀਵਰੇਜ ਸਾਫ਼ ਕਰਦੇ ਨੇ, ਦੇਖੇ ਨਹੀਂ ਜਾਂਦੇ ਕਿਸੇ ਤੋਂ। ਸੋ ਕਿਰਪਾ ਕਰਕੇ ਟੈਕਨੋਲੋਜੀ ਲੈ ਕੇ ਆਓ, ਅਜਿਹਾ ਦੇਸ਼ ਸ਼੍ਰੀਮਤੀ ਸੁਨੀਤਾ ਤਾਂ ਕਿ ਦਲਿਤ ਦੇ ਹੱਥ ਦੇ ਵਿੱਚੋਂ ਮਤਲਬ ਕਈ ਤੇ ਇਹ ਸਫਾਈ ਵਾਲੇ ਕੰਮ ਜਿਹੜੇ ਆ ਉਹ ਮਸ਼ੀਨਾਂ ਕਰਨ। ਧੰਨਵਾਦ।